ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 331 ਤੋਂ ਲੈ ਕੇ 333 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਜੀ, ਬਹੁਤ ਹੀ ਪਿਆਰੀ ਬਾਣੀ ਹੈ ਤੇ ਬੜੀਆਂ ਹੀ ਭੇਦ ਦੀਆਂ ਗੱਲਾਂ ਕੀਤੀਆਂ ਨੇ ਕਬੀਰ ਜੀ ਨੇ। ਆਓ ਆਪਾਂ ਪ੍ਰੇਮ ਦੇ ਨਾਲ ਬਾਣੀ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਰਾਗ ਗੌੜੀ ਚੇਤੀ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੇ ਨ ਮਾਇਆ ਬਾਂਦੀ ਰਹਾਓ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਜਦੋਂ ਕਹਿੰਦੇ ਗਿਆਨ ਰੂਪੀ ਹਨੇਰੀ ਆਈ ਜੀਵ ਦੇ ਮਨ ਦੇ ਵਿੱਚ, ਫਿਰ ਕੀ ਹੋਇਆ? ਕਹਿੰਦੇ ਜਿਹੜੀ ਸਾਰੀ ਜਿਹੜੀ ਭਰਮ ਦੀ ਝੌਂਪੜੀ ਸੀ ਬਣੀ ਹੋਈ ਮਾਇਆ ਦੇ ਆਸਰੇ ਤੇ, ਕਹਿੰਦੇ ਉਹ ਟੁੱਟ ਗਈ। ਮਾਇਆ ਦੇ ਆਸਰੇ ਤੇ ਭਰਮ ਦੀ ਝੌਂਪੜੀ ਬਣੀ ਸੀ, ਉਹ ਟੁੱਟ ਗਈ ਕਹਿੰਦੇ ਗਿਆਨ ਦੀ ਹਨੇਰੀ ਆਉਣ ਦੇ ਨਾਲ। ਦੁਚਿੱਤੇ ਕੀ ਦੂਏ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ। ਤਿਸਨਾ ਸ਼ਾਨ ਭਰੀ ਤਰ ਉੱਪਰ, ਦੁਰਮਤ ਭਾਂਡਾ ਫੂਟਾ। ਫਿਰ ਕੀ ਹੋਇਆ? ਕਹਿੰਦੇ ਗਿਆਨ ਦੀ ਹਨੇਰੀ ਦੇ ਨਾਲ ਜਦੋਂ ਜੀਵ ਨੂੰ ਪਰਮਾਤਮਾ ਨਾਲ ਜਾਣ ਪਛਾਣ ਹੋਈ, ਉਹਨੂੰ ਜੀਵਨ ਦੀ ਅਸਲੀਅਤ ਦਾ ਪਤਾ ਲੱਗਿਆ, ਉਦੋਂ ਫਿਰ ਇਹ ਗਿਆਨ ਦੀ ਹਨੇਰੀ ਆਉਂਦੀ ਹੈ ਨਾ। ਫਿਰ ਕਹਿੰਦੀ ਜਿਹੜੀ ਦੁਚਿੱਤੀ ਸੀ ਜੀਵ ਦੇ ਅੰਦਰ, ਕਹਿੰਦੇ ਉਹ ਜਿਹੜੀਆਂ ਉਹ ਦੁਚਿੱਤੀ ਦੀਆਂ ਜਿਹੜੀਆਂ ਥੰਮੀਆਂ ਦਿੱਤੀਆਂ ਹੋਈਆਂ ਸੀ ਉਹ ਨਿਕਲ ਗਈਆਂ। ਕਹਿੰਦੇ ਫਿਰ ਇਹਦੇ ਨਾਲ ਜਿਹੜਾ ਮੋਹ ਦੀ ਜਿਹੜੀ ਛੰਨ ਜੀ ਬਣੀ ਹੋਈ ਸੀ, ਕਹਿੰਦੇ ਉਹ ਵੀ ਟੁੱਟ ਗਈ। ਕਹਿੰਦੇ ਜਿਹੜਾ ਮੋਹ ਦਾ ਜਿਹੜਾ ਬਲੇਂਡਾ ਜਿਹਾ ਸੀਗਾ, ਕਹਿੰਦੇ ਉਹ ਵੀ ਟੁੱਟ ਗਿਆ ਤੇ ਜਿਹੜੀ ਦੁਚਿੱਤੀ ਦੀਆਂ ਥੰਮੀਆਂ ਸੀ ਉਹ ਵੀ ਡਿੱਗ ਗਈਆਂ। ਫਿਰ ਜਿਹੜੀ ਤ੍ਰਿਸ਼ਨਾ ਦੀ ਛੰਨ ਸੀ, ਕਹਿੰਦੇ ਉਹ ਵੀ ਡਿੱਗ ਪਈ। ਉਹਦੇ ਡਿੱਗਣ ਦੇ ਨਾਲ ਸਾਰਾ ਜਿਹੜੇ ਕੋਈ ਮਾੜੀ ਮੱਤ ਦਾ ਭਾਂਡਾ ਟੀਂਡਾ ਸੀ ਪਿਆ, ਉਹ ਵੀ ਸਾਰਾ ਟੁੱਟ ਗਿਆ। ਵੀ ਸਾਰਾ ਜਿਹੜਾ ਇੱਦਾਂ ਦੀਆਂ ਮਾੜੀਆਂ ਚੀਜ਼ਾਂ ਸੀ ਖਤਮ ਹੋ ਗਈਆਂ, ਕਿਉਂਕਿ ਹੁਣ ਗਿਆਨ ਆ ਗਿਆ ਅੰਦਰ ਵਾਹਿਗੁਰੂ ਜੀ ਵੱਲੋਂ। ਆਂਦੀ ਪਾਛੇ ਜੋ ਜਲ ਵਰਖੈ, ਤਿਹ ਤੇਰਾ ਜਨ ਪੀਨਾ। ਕਹੇ ਕਬੀਰ ਮਨ ਪਿਆ ਪਰਗਾਸਾ, ਉਦੈ ਪਾਨ ਜਬ ਚੀਨਾ। ਕਹਿੰਦੇ ਫਿਰ ਜਿਹੜੀ ਇਹ ਗਿਆਨ ਦੀ ਹਨੇਰੀ ਆਈ ਆ, ਇਹਦੇ ਤੋਂ ਪਿੱਛੋਂ ਤੇਰੇ ਨਾਮ ਜਲ ਦੀ ਵਰਖਾ ਜੋ ਹੋਈ ਆ ਮੇਰੇ ਹਿਰਦੇ ਤੇ, ਕਹਿੰਦੇ ਫਿਰ ਤੇਰਾ ਜਿਹੜਾ ਸੇਵਕ ਆ ਉਸ ਨਾਮ ਜਲ ਦੀ ਵਰਖਾ ਵਿੱਚ ਭਿੱਜ ਗਿਆ, ਪਤੀਜ ਗਿਆ। ਫਿਰ ਕਬੀਰ ਜੀ ਕਹਿੰਦੇ ਨੇ ਹੁਣ ਜਦੋਂ ਮੇਰੇ ਅੰਦਰ ਇਹ ਗਿਆਨ ਦਾ ਸੂਰਜ ਚਮਕਿਆ ਤਾਂ ਕਹਿ ਕਬੀਰ ਮਨ ਪਿਆ ਪਰਗਾਸਾ, ਉਦੇ ਭਾਨ ਜਬ ਚੀਨਾ। ਜਦੋਂ ਹੁਣ ਪਰਮਾਤਮਾ ਦਾ ਗਿਆਨ ਦਾ ਸੂਰਜ ਨਿਕਲਿਆ ਆ, ਮੇਰੇ ਮਨ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਚਾਨਣ ਹੀ ਚਾਨਣ ਹੋ ਗਿਆ, ਸਭ ਕੁਝ ਪਤਾ ਲੱਗ ਗਿਆ ਅਸਲੀਅਤ ਦਾ। ਗੌੜੀ ਚੇਤੀ ਇੱਕ ਓਂਕਾਰ, ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਰ ਜਸ ਸੁਨੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ। ਤਿਨ ਤੇ ਸਦਾ ਡਰਾਨੈ ਰਹੀਐ ਰਹਾਓ। ਜਿਹੜੇ ਜੀਵ ਨਾ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਨੇ, ਨਾ ਸਿਫਤ ਸਲਾਹ ਦੇ ਗੁਣ ਗਾਉਂਦੇ ਨੇ, ਗੱਲਾਂ ਨਾਲ ਹੀ ਜਿੱਦਾਂ ਅਸਮਾਨ ਨੂੰ ਟਾਕੀ ਲਾਉਣ ਜਾਂਦੇ ਨੇ, ਉਹਨਾਂ ਦੇ ਨਾਲ ਫਿਰ ਸਾਡਾ ਕੀ ਵਾਹ ਵਾਸਤਾ ਰੱਖਣਾ ਹੋਈ ਆ। ਜਿਨ੍ਹਾਂ ਨੂੰ ਪਰਮਾਤਮਾ ਨੇ ਭਗਤੀ ਤੋਂ ਵਾਂਝਿਆਂ ਕੀਤਾ, ਉਹਨਾਂ ਤੋਂ ਹਮੇਸ਼ਾ ਦੂਰ ਹੀ ਰਹਿਣਾ ਚਾਹੀਦਾ। ਆਪ ਨ ਦੇਹ ਚੁਰੂ ਪਰ ਪਾਣੀ, ਤਿਹ ਨਿੰਦੇ ਜਿਹ ਗੰਗਾ ਆਨੀ। ਆਪ ਤਾਂ ਕਿਸੇ ਨੂੰ ਚੂਲੀ ਪਰ ਪਾਣੀ ਨਹੀਂ ਦੇ ਸਕਦੇ, ਵੀ ਕਿਸੇ ਦਾ ਕੁਛ ਸਵਾਰਦੇ ਨਹੀਂ ਹੈਗੇ ਮਾੜਾ ਮੋਟਾ ਵੀ। ਜਿਹਨੇ ਗੰਗਾ ਹੀ ਵਹਾ ਦਿੱਤੀ, ਜਿਹਨੇ ਇੰਨੇ ਭਲੇ ਦੇ ਕੰਮ ਕਰ ਦਿੱਤੇ, ਉਹਨਾਂ ਦੀ ਨਿੰਦਾ ਕਰਦੇ ਨੇ। ਬੈਠਤ ਉਠਤ ਕੁਟਿਲਤਾ ਚਾਲੈ, ਆਪ ਗਏ ਔਰ ਨਹੁ ਕਾਲੈ। ਬੈਠਦਿਆਂ ਉੱਠਦਿਆਂ ਹਮੇਸ਼ਾ ਮਾੜੀਆਂ ਚਾਲਾਂ ਚੱਲਦੇ ਨੇ,
ਮਨ ਦੇ ਵਿੱਚ ਕਹਿੰਦੇ ਮਤਲਬ ਮਾੜੇ ਵਿਚਾਰ ਚੱਲਦੇ ਨੇ ਉਹਨਾਂ ਦੇ। ਕਹਿੰਦੇ ਆਪ ਤਾਂ ਪਰਮਾਤਮਾ ਵੱਲੋਂ ਗਏ ਹੀ ਹੋਏ ਨੇ, ਦੂਜਿਆਂ ਨੂੰ ਵੀ ਕਹਿੰਦੇ ਮਾੜੇ ਪਾਸੇ ਲਾਉਂਦੇ ਨੇ। ਛਾੜ ਕੁਚਰਚਾ ਆਨ ਨ ਜਾਣੈ, ਬ੍ਰਹਮਾ ਹੂ ਕੋ ਕਹਿਓ ਨ ਮਾਨੈ। ਕਹਿੰਦੇ ਆਪ ਸਿਰਫ ਬਹਿਸਾਂ ਦੇ ਵਿੱਚ ਅਤੇ ਹੋਰ ਝਗੜਿਆਂ ਦੇ ਵਿੱਚ ਪਏ ਰਹਿੰਦੇ ਨੇ। ਕਹਿੰਦੇ ਹੋਰ ਤਾਂ ਕਿਸੇ ਦੀ ਕੀ ਗੱਲ ਮੰਨਣੀ ਆ, ਉਹ ਤਾਂ ਬ੍ਰਹਮਾ ਦਾ ਕਿਹਾ ਨਹੀਂ ਮੰਨਦੇ। ਆਪ ਗਏ ਔਰ ਨਹੂ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ। ਆਪ ਕਹਿੰਦੇ ਕਿਉਂਕਿ ਪਰਮਾਤਮਾ ਤੋਂ ਟੁੱਟੇ ਹੋਏ ਨੇ, ਆਪਣਾ ਜੀਵਨ ਕਹਿੰਦੇ ਵਿਅਰਥ ਗਵਾ ਰਹੇ ਨੇ। ਆਪ ਤਾਂ ਇਸ ਤਰ੍ਹਾਂ ਦੇ ਹੈ ਹੀ ਨੇ, ਦੂਜਿਆਂ ਨੂੰ ਵੀ ਕਹਿੰਦੇ ਆਪਣੇ ਪਿੱਛੇ ਲਾਉਂਦੇ ਨੇ। ਉਹਨਾਂ ਦੇ ਨਾਲ ਤਾਂ ਕਹਿੰਦੇ ਉਹਨਾਂ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਿਵੇਂ ਘਰ ਨੂੰ ਅੱਗ ਲਾ ਕੇ ਵਿੱਚ ਆਪ ਸੁੱਤੇ ਹੋਣ, ਵੀ ਆਪਣਾ ਆਪ ਹੀ ਜਿਵੇਂ ਪੈਰਾਂ 'ਤੇ ਕੁਹਾੜਾ ਮਾਰਨ ਵਾਲੀ ਗੱਲ ਕਰ ਰਹੇ ਨੇ। ਅਵਰਨ ਹਸਤ ਆਪ ਹੈ ਕਾਨੈ, ਤਿਨ ਕੋ ਦੇਖ ਕਬੀਰ ਲਜਾਨੇ। ਅਵਰਨ ਹਸਤ ਆਪ ਹੈ ਕਾਨੈ, ਤਿਨ ਕੋ ਦੇਖ ਕਬੀਰ ਲਜਾਨੈ। ਕਹਿੰਦੇ ਆਪ ਤਾਂ ਮਤਲਬ ਵਿਕਾਰਾਂ ਨਾਲ ਭਰੇ ਹੋਏ ਨੇ, ਮਾੜੇ ਕੰਮ ਕਰਦੇ ਨੇ, ਹੱਸਦੇ ਦੂਜਿਆਂ 'ਤੇ ਨੇ। ਕਹਿੰਦੇ ਉਹਨਾਂ ਨੂੰ ਦੇਖ ਕੇ ਕਬੀਰ ਨੂੰ ਸ਼ਰਮ ਆ ਜਾਂਦੀ ਹੈ, ਲੱਜਾ ਆ ਜਾਂਦੀ ਹੈ ਵੀ ਇਹ ਕਿਵੇਂ ਦੇ ਨੇ। ਰਾਗ ਗੌੜੀ ਬੈਰਾਗਣ ਕਬੀਰ ਜੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੀਵਤ ਪਿੱਤਰ ਨ ਮਾਨੈ ਕੋਊ, ਮੂੰਹੇ ਸਰਾਧ ਕਰਾਹੀ। ਪਿੱਤਰ ਵੀ ਬਪਰੇ ਕਹੋ ਕਿਉ ਪਾਵੈ, ਕਊਆ ਕੂਕਰ ਖਾਹੀ। ਕਹਿੰਦੇ ਜਿਹੜੇ ਜੀਵ ਨੇ, ਇਨਸਾਨ ਕਹਿੰਦੇ ਵੀ ਜੀਂਦੇ ਜੀ ਤਾਂ ਮਾਪਿਆਂ ਨੂੰ ਸੰਭਾਲਦੇ ਨਹੀਂ ਹੈਗੇ। ਫਿਰ ਉਹਨਾਂ ਦੇ ਜਦੋਂ ਮੌਤ ਤੋਂ ਬਾਅਦ ਉਹਨਾਂ ਦੇ ਕਹਿੰਦੇ ਵੀ ਸ਼ਰਾਧ ਕਰਾਉਂਦੇ ਨੇ, ਪਿੱਤਰ ਬਿਠਾਉਂਦੇ ਨੇ। ਕਹਿੰਦੇ ਵੀ ਉਹਨਾਂ ਨੇ ਕੀ ਖਾਣਾ ਹੋਇਆ, ਕਹਿੰਦੇ ਜਦੋਂ ਇਨਸਾਨ ਇੱਥੇ ਹੈ ਹੀ ਨਹੀਂ ਉਹਨੇ ਕਿਵੇਂ ਖਾਣਾ ਹੋਇਆ। ਕਹਿੰਦੇ ਜਿਹੜਾ ਸ਼ਰਾਧਾਂ 'ਤੇ ਖਿਲਾਉਂਦੇ ਨੇ ਉਹ ਤਾਂ ਤੇ ਕਾਂ ਅਤੇ ਕੁੱਤੇ ਖਾਂਦੇ ਨੇ, ਕਹਿੰਦੇ ਵੀ ਉਹਦਾ ਕੀ ਫਾਇਦਾ ਹੋਇਆ। ਮੋਕੋ ਕੁਸਲ ਬਤਾਵੋ ਕੋਈ, ਕੁਸਲ ਕੁਸਲ ਕਰਤੇ ਜਗ ਬਿਨਸੈ, ਕੁਸਲ ਵੀ ਕੈਸੇ ਹੋਈ ਰਹਾਓ। ਕਹਿੰਦੇ ਮੈਨੂੰ ਇਹ ਦੱਸੋ ਵੀ ਜਿਹੜੇ ਇਹ ਪਿੱਤਰ ਖਿਲਾਉਂਦੇ ਨੇ, ਸ਼ਰਾਧ ਕਹਿੰਦੇ ਕਰਦੇ ਨੇ, ਵੀ ਇਹ ਕਰਨ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਕਿਵੇਂ ਆ ਜਾਂਦੀਆਂ ਨੇ। ਕਹਿੰਦੇ ਇਹੀ ਸੋਚ ਜਿਹੜਾ ਇਹ ਜਗਤ ਆ ਕਹਿੰਦੇ ਪੁੱਠੇ ਪਾਸੇ ਲੱਗਿਆ ਹੋਇਆ ਵੀ ਪਿੱਤਰ ਮਨਾਉਣੇ ਨੇ, ਸ਼ਰਾਧ ਕਰਾਉਣੇ ਨੇ ਮੌਤ ਤੋਂ ਬਾਅਦ। ਅਤੇ ਕਹਿੰਦੇ ਮੈਨੂੰ ਦੱਸੋ ਇਹਦੇ ਨਾਲ ਭਲਾਂ ਦੀ ਕੀ ਖੁਸ਼ੀ ਆ ਜਾਂਦੀ ਹੈ, ਕੀ ਆਨੰਦ ਹੁੰਦਾ, ਕੀ ਖੁਸ਼ੀਆਂ ਘਰ 'ਚ ਪੈਦਾ ਹੁੰਦੀਆਂ ਨੇ। ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੈ ਜਿਉ ਦੇਹੀ। ਐਸੇ ਪਿੱਤਰ ਤੁਮਾਰੈ ਕਹੀਐ, ਆਪਨ ਕਿਹਾ ਨ ਲੇਹੀ। ਕਹਿੰਦੇ ਮਿੱਟੀ ਦੇ ਤਾਂ ਦੇਵੀ ਦੇਵਤੇ ਬਣਾਉਂਦੇ ਨੇ, ਉਹਨਾਂ ਦੇ ਅੱਗੇ ਜਿਹੜੀ ਦਿੰਦੇ ਨੇ ਕੁਰਬਾਨੀ, ਉਹ ਜਿਉਂਦੇ ਬੱਕਰਿਆਂ ਵਗੈਰਾ ਦੀ ਦਿੰਦੇ ਨੇ। ਕਹਿੰਦੇ ਜਿਹੜੇ ਮਿੱਟੀ ਦੇ ਦੇਵੀ ਦੇਵਤੇ ਬਣਾਏ ਹੋਏ ਨੇ, ਕਹਿੰਦੇ ਵੀ ਇਹ ਕਿਸ ਤਰ੍ਹਾਂ ਤੁਹਾਨੂੰ ਬੋਲ ਕੇ ਦੱਸਦੇ ਨੇ ਕਿ ਵੀ ਅਸੀਂ ਕੀ ਲੈਣਾ, ਵੀ ਕੀ ਇਹਨਾਂ ਨੂੰ ਚਾਹੀਦਾ। ਸਰ ਜਿਉ ਕਾਟੈ ਨਿਰਜੀਉ ਪੂਜੈ, ਅੰਤ ਕਾਲ ਕਉ ਪਾਰੀ। ਰਾਮ ਨਾਮ ਕੀ ਗਤ ਨਹੀਂ ਜਾਨੀ, ਪੈ ਡੂਬੈ ਸੰਸਾਰੀ। ਕਹਿੰਦੇ ਜਿਹੜੇ ਦੇਵੀ ਦੇਵਤੇ ਬਣਾਉਂਦੇ ਨੇ ਉਹ ਤਾਂ ਹੈਗੇ ਮਿੱਟੀ ਦੇ, ਨਿਰਜਿੰਦ ਨੇ। ਜਿਨ੍ਹਾਂ ਦੀ ਕੁਰਬਾਨੀ ਦਿੰਦੇ ਨੇ, ਬਲੀ ਦਿੰਦੇ ਨੇ, ਉਹ ਜੀਂਦੇ ਜੀਆਂ ਨੂੰ ਮਾਰ ਕੇ ਦਿੰਦੇ ਨੇ। ਕਹਿੰਦੇ ਵੀ ਇਹ ਸੰਸਾਰਕ ਜਿਹੜੀ ਲੱਜਾ ਹੈਗੀ ਆ, ਸੰਸਾਰ ਦੇ ਸਮਾਜ ਦੇ ਮਤਲਬ ਡਰ ਵੱਲੋਂ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ। ਜਿਵੇਂ ਕਹਿੰਦੇ ਨੇ ਨਾ ਵੀ ਸਮਾਜ 'ਚ ਮੇਰੀ ਨੱਕ ਨਹੀਂ ਰਹਿਣੀ, ਉਹਦੇ ਲਈ ਕਹਿੰਦੇ ਇਹ ਕਰ ਰਹੇ ਨੇ। ਪਰ ਕਹਿੰਦੇ ਇਹਨਾਂ ਨੂੰ ਪਰਮਾਤਮਾ ਦੇ ਨਾਮ ਦੀ ਮਹਿਮਾ ਦਾ ਨਹੀਂ ਪਤਾ। ਦੇਵੀ ਦੇਵਾ ਪੂਜੈ ਡੋਲੈ, ਪਾਰ ਬ੍ਰਹਮ ਨਹੀਂ ਜਾਣਾ। ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਬਿਖਿਆ ਸਿਉ ਲਪਟਾਨਾ। ਕਹਿੰਦੇ ਉਹ ਪਰਮਾਤਮਾ ਜੇ ਉਹ ਕਹਿੰਦੇ ਸਭ ਦੀ ਰਾਖੀ ਕਰਨ ਵਾਲਾ ਹੈ, ਉਹਨੂੰ ਤਾਂ ਕਹਿੰਦੇ ਨਾਂ ਨਹੀਂ ਲੈਂਦੇ। ਦੇਵੀ ਦੇਵਤਿਆਂ ਨੂੰ ਪੂਜਦੇ ਨੇ, ਕਹਿੰਦੇ ਫਿਰ ਡੋਲਦੇ ਨੇ, ਮਤਲਬ ਚਿੱਤ ਵਿੱਚ ਡੋਲ ਆ, ਕੋਈ
ਅਡੋਲਤਾ ਤੇ ਨਹੀਂ ਆਈ ਨਾ। ਫਿਰ ਕਬੀਰ ਜੀ ਕਹਿੰਦੇ ਨੇ ਉਹ ਪਰਮਾਤਮਾ ਜੀ ਦੀ ਕੋਈ ਕੁਲ ਨਹੀਂ ਹੈਗੀ, ਜਾਤ ਨਹੀਂ ਹੈ, ਸਭ ਤੋਂ ਉੱਚਾ ਹੈ, ਉਹਦਾ ਤਾਂ ਨਾਂ ਨਹੀਂ ਲੈਂਦੇ ਤੇ ਮਾਇਆ ਵਿੱਚ ਹੀ ਲਿਪਟੇ ਹੋਏ ਨੇ। ਗੌੜੀ ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ, ਅੰਜਨ ਮਾਹੇ ਨਿਰੰਜਨ ਰਹੀਐ, ਬਹੁੜ ਨ ਪਵਜਲ ਪਾਇਆ। ਕਹਿੰਦੇ ਜਿਸ ਨੇ ਵਿਕਾਰਾਂ ਵੱਲੋਂ ਆਪਣਾ ਮਨ ਮੋੜ ਲਿਆ, ਉਹ ਜੀਵ ਕਹਿੰਦੇ ਜਿਉਂਦਿਆਂ ਹੀ ਕਹਿੰਦੇ ਜੀਵਨ ਮੁਕਤ ਹੈ, ਕਹਿੰਦੇ ਉਹ ਜੀਂਦੇ ਜੀ ਕਹਿੰਦੇ ਮੁਕਤ ਹੋ ਗਿਆ। ਉਹ ਕਹਿੰਦੇ ਪਰਮਾਤਮਾ 'ਚ ਉਹਦੀ ਲੀਨ ਲੱਗੀ ਰਹਿੰਦੀ ਹੈ, ਲੀਨ ਹੋਇਆ ਰਹਿੰਦਾ ਉਹ। ਕਹਿੰਦੇ ਉਹ ਇਸ ਮਾਇਆ ਦੇ ਕਹਿੰਦੇ ਕਾਲਖ ਦੇ ਵਿੱਚ ਵੀ ਨਿਰੰਜਨ ਰਹਿੰਦਾ, ਉਹਨੂੰ ਮਾਇਆ ਦੀ ਜਿਹੜੀ ਕਾਲਖ ਨਹੀਂ ਲੱਗਦੀ, ਫਿਰ ਉਹਦਾ ਜਨਮ ਮਰਨ ਖਤਮ ਹੋ ਜਾਂਦਾ। ਉਹਨੂੰ ਭਵਜਲ ਇਸ ਭਵਜਲ ਤੋਂ, ਸੰਸਾਰ ਦੇ ਤੋਂ ਉਹ ਤਰ ਜਾਂਦਾ, ਉਹਨੂੰ ਆਵਾਗਮਨ ਨਹੀਂ ਹੁੰਦਾ। ਮੇਰੇ ਰਾਮ ਐਸਾ ਖੀਰ ਬਿਲੋਈਐ, ਗੁਰਮਤਿ ਮਨੁਆ ਅਸਥਿਰ ਰਾਖੋ, ਇਨ ਬਿਦ ਅੰਮ੍ਰਿਤ ਪੀਓਈਐ ਰਹਾਓ। ਕਹਿੰਦੇ ਉਸ ਪਰਮਾਤਮਾ ਦਾ ਨਾਮ ਸਿਮਰਨ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਗੁਰੂ ਦੀ ਮੱਤ 'ਤੇ ਚੱਲ ਕੇ ਜੀਵ ਦਾ ਮਨ ਚੰਚਲਤਾ ਛੱਡ ਕੇ ਸਥਿਰ ਹੋ ਜਾਵੇ, ਤੇ ਇਸ ਤਰ੍ਹਾਂ ਕਹਿੰਦੇ ਉਹ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਏ। ਗੁਰ ਕੈ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪਰਗਾਸਾ, ਸਕਤ ਅਧੇਰ ਜੇਵੜੀ ਪ੍ਰਮ ਚੂਕਾ, ਨਿਹਚਲ ਸਿਵ ਕਰ ਬਾਸਾ। ਕਹਿੰਦੇ ਜਿਹੜੇ ਜੀਵ ਨੇ ਪਰਮਾਤਮਾ ਦੇ ਉਪਦੇਸ਼ 'ਤੇ ਚੱਲ ਕੇ ਆਪਣੀਆਂ ਜਿਹੜੀ ਕਹਿੰਦੇ ਕਲਪਨਾਵਾਂ ਨੇ, ਇੱਛਾਵਾਂ ਨੇ, ਕਹਿੰਦੇ ਉਹਨਾਂ 'ਤੇ ਕਾਬੂ ਪਾ ਲਿਆ ਤੇ ਉਹਦੇ ਅੰਦਰ ਕਹਿੰਦੇ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਗਿਆ। ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਕਹਿੰਦੇ ਮਾਇਆ ਦੀ ਜਿਹੜੀ ਜੰਜੀਰ ਆ ਉਹ ਕਹਿੰਦੇ ਖਤਮ ਕਰ ਲਈ ਆ, ਤੇ ਉਹਨਾਂ ਦਾ ਕਹਿੰਦੇ ਨਿਜ ਘਰ ਵਾਸਾ ਵਿੱਚ ਹੋ ਗਿਆ। ਉਹਨਾਂ ਦਾ ਹਮੇਸ਼ਾ ਜਿਹੜਾ ਨਿਵਾਸ ਆ ਸਦਾ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਵਿੱਚ ਹੋ ਗਿਆ। ਤਿੰਨ ਬਿਨ ਬਾਣੇ ਤਨੁਖ ਚੜਾਈਐ, ਇਹ ਜਗ ਬੇਦਿਆ ਪਾਈ, ਦਹਿ ਦਿਸ ਬੂਢੀ ਪਵਨ ਚੁਲਾਵੈ, ਡੋਰ ਰਹੀ ਲਿਵ ਲਾਈ। ਕਹਿੰਦੇ ਉਹਨਾਂ ਜੀਵਾਂ ਨੇ ਜਿਨ੍ਹਾਂ ਨੇ ਕਹਿੰਦੇ ਪਰਮਾਤਮਾ ਦਾ ਨਾਮ ਜਪ ਲਿਆ, ਉਹਦੇ ਚਰਨਾਂ 'ਚ ਪ੍ਰੀਤ ਪਾ ਲਈ, ਉਹਨਾਂ ਨੇ ਤਾਂ ਕਹਿੰਦੇ ਇਸ ਤਰ੍ਹਾਂ ਜਿਵੇਂ ਵੀ ਧਨੁੱਖ ਚੜਾਉਣ ਤੋਂ ਬਿਨਾਂ ਹੀ ਕਹਿੰਦੇ ਜਿਵੇਂ ਉਹਨਾਂ ਨੇ ਤੀਰ ਚਲਾ ਕੇ ਇਸ ਸੰਸਾਰ ਦੀ ਮਾਇਆ ਨੂੰ ਬਿੰਨ ਲਿਆ। ਕਹਿੰਦੇ ਬਾਹਰੋਂ ਤਾਂ ਚਾਹੇ ਉਹ ਜੀਵ ਆਪਣੀ ਉਪਜੀਵਕਾ ਕਮਾਉਣ ਲਈ ਕਿਰਤ ਕਰਦੇ ਨੇ, ਕਹਿੰਦੇ ਪਰ ਅੰਦਰੋਂ ਜਿਹੜੀ ਉਹਨਾਂ ਦੀ ਲਿਵ ਆ ਉਹ ਪਰਮਾਤਮਾ ਦੇ ਚਰਨਾਂ 'ਚ ਲੱਗੀ ਰਹਿੰਦੀ ਆ। ਉਨ ਮਨ ਮਨੁਆ ਸੁਨ ਸਮਾਨਾ, ਦੁਬਿਧਾ ਦੁਰਮਤ ਭਾਗੀ, ਕਹੋ ਕਬੀਰ ਅਨ ਭਉ ਇਕ ਦੇਖਿਆ, ਰਾਮ ਨਾਮ ਲਿਵ ਲਾਗੀ। ਕਹਿੰਦੇ ਉਹਨਾਂ ਦਾ ਮਨ ਇੱਕ ਅਜਿਹੀ ਅਵਸਥਾ 'ਚ ਹੋ ਜਾਂਦਾ ਜਿੱਥੇ ਉਹਨਾਂ ਨੂੰ ਪਰਮਾਤਮਾ ਦੇ ਵਿੱਚ ਵੈਰਾਗ ਹੋ ਗਿਆ, ਪਰਮਾਤਮਾ ਦੇ ਵਿਛੋੜੇ ਦਾ ਉਹਨਾਂ ਨੂੰ ਅਹਿਸਾਸ ਹੋ ਗਿਆ। ਫਿਰ ਉਹ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖਦੇ ਨੇ, ਉਹਨਾਂ ਦੀ ਜਿਹੜੀ ਮਾੜੀ ਮੱਤ ਆ ਉਹ ਸਾਰੀ ਖਤਮ ਹੋ ਜਾਂਦੀ ਆ। ਫਿਰ ਕਬੀਰ ਜੀ ਕਹਿੰਦੇ ਨੇ ਉਹ ਇੱਕ ਇਸ ਤਰ੍ਹਾਂ ਦੀ ਅਵਸਥਾ, ਕਹਿੰਦੇ ਉਹ ਇੱਕ ਪਰਮਾਤਮਾ ਦਾ ਅਸਚਰਜ ਕਹਿੰਦੇ ਮਤਲਬ ਰੂਪ ਦੇਖਣ ਨੂੰ ਮਤਲਬ ਮਿਲਦਾ ਸਾਨੂੰ, ਪਰ ਅਸੀਂ ਉਹ ਕਿਸੇ ਨੂੰ ਸਮਝਾ ਨਹੀਂ ਸਕਦੇ। ਸਾਡੀ ਪਰਮਾਤਮਾ ਦੇ ਨਾਮ ਵਿੱਚ ਇਸ ਤਰ੍ਹਾਂ ਦੀ ਲਿਵ ਲੱਗੀ ਹੁੰਦੀ ਹੈ ਕਿ ਅਸੀਂ ਕੋਈ ਅਸਚਰਜ ਕੌਤਕ ਆਪਣੇ ਅੰਦਰ ਦੇਖਦੇ ਹਾਂ, ਜਿਹਦੇ ਨਾਲ ਸਾਨੂੰ ਅੰਦਰੋਂ ਮਨ ਤਸੱਲੀ 'ਚ ਆ ਜਾਂਦਾ, ਮਨ ਪਰਮਾਤਮਾ 'ਚ ਪਤੀਜ ਜਾਂਦਾ। ਗੌੜੀ ਬੈਰਾਗਣ ਤੇ ਪਦੇ, ਉਲਟਤ ਪਵਨ ਚੱਕਰ ਖਟ ਭੇਦੇ, ਸੁਰਤ ਸੁਨ ਅਨਰਾਗੀ, ਆਵੇ ਨ ਜਾਏ ਮਰੇ ਨਾ ਜੀਵੈ, ਤਾਸ ਖੋਜ ਬੈਰਾਗੀ। ਕਹਿੰਦੇ ਜਦੋਂ ਜੀਵ ਪਰਮਾਤਮਾ ਦਾ ਨਾਮ ਜਪਦੇ ਨੇ, ਕਹਿੰਦੇ ਉਹਨਾਂ ਦਾ ਜਿਹੜੇ ਮਤਲਬ ਇਸ ਤਰੀਕੇ ਨਾਲ ਜਪ ਲੈਂਦੇ ਨੇ ਨਾ ਕਿ ਉਹ ਪਰਮਾਤਮਾ ਨੂੰ ਅਨੁਭਵ ਕਰ ਲੈਂਦੇ ਨੇ। ਉਹ ਕਹਿੰਦੇ ਉਹ ਇਸ ਤਰ੍ਹਾਂ ਹੁੰਦਾ ਜਿਵੇਂ ਜੋਗੀ ਲੋਕ ਆਪਣੇ ਪ੍ਰਾਣ ਖੜੇ ਕਰਕੇ ਜਿਹੜੇ 6 ਚੱਕਰ ਨੇ
ਉਹਨਾਂ ਉਹਨਾਂ ਦੇ ਵਿੱਚੋਂ ਦੀ ਪ੍ਰਾਣ ਲੰਘਾ ਕੇ ਇੱਕ ਜਗ੍ਹਾ 'ਤੇ ਖੜੇ ਕਰਦੇ ਨੇ ਅਤੇ ਉਹ ਮਤਲਬ ਜੋ ਚੀਜ਼ ਨੂੰ ਅਨੁਭਵ ਕਰਨਾ ਚਾਹੁੰਦੇ ਨੇ ਉਹਨੂੰ ਕਰ ਵੀ ਨਹੀਂ ਸਕਦੇ। ਪਰ ਜਿਸ ਜੀਵ ਨੇ ਉਹਦਾ ਨਾਮ ਜਪ ਲਿਆ, ਉਹਨੇ ਉਹ ਚੱਕਰਾਂ ਉਸ ਤੋਂ ਵੀ ਉੱਪਰ ਲੰਘ ਕੇ ਪਰਮਾਤਮਾ ਦੇ ਵਿੱਚ ਉਹਨੇ ਪਰਮਾਤਮਾ 'ਚ ਅਭੇਦਤਾ ਪਾ ਲਈ ਕਹਿੰਦੇ। ਫਿਰ ਕਹਿੰਦੇ ਹੇ ਜੀਵ, ਉਸ ਪਰਮਾਤਮਾ ਦੀ ਖੋਜ ਕਰ ਜਿਹੜਾ ਕਹਿੰਦੇ ਪਰਮਾਤਮਾ ਨਾ ਆਉਂਦਾ, ਨਾ ਜਾਂਦਾ, ਨਾ ਮਰਦਾ, ਜੋ ਹਮੇਸ਼ਾ ਹੀ ਅਮਰ ਆ। ਕਹਿੰਦੇ ਉਹਦੇ ਵਿੱਚ ਮਨ ਲਾ ਆਪਣਾ, ਉਹਦੀ ਖੋਜ ਕਰ। ਮੇਰੇ ਮਨ ਹੀ ਉਲਟ ਸਮਾਨਾ, ਗੁਰ ਪ੍ਰਸਾਦ ਅਕਲ ਪਈ ਅਵਰੈ, ਨਾ ਤਰਥਾ ਬੈਗਾਨਾ ਰਹਾਓ। ਕਹਿੰਦੇ ਜਦੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਜੀਵ 'ਤੇ ਰਹਿਮਤ ਹੋਈ, ਕਹਿੰਦੇ ਉਹ ਪਰਮਾਤਮਾ ਜਿਹਨੂੰ ਹੁਣ ਤੱਕ ਇਹਨੇ ਬੇਗਾਨਾ ਸਮਝਿਆ ਹੋਇਆ ਸੀ, ਜਦੋਂ ਤੱਕ ਇਹਦੇ 'ਤੇ ਗੁਰੂ ਦੀ ਕਿਰਪਾ ਨਹੀਂ ਸੀ ਹੋਈ, ਇਹਨੂੰ ਪਰਮਾਤਮਾ ਬਾਰੇ ਪਤਾ ਨਹੀਂ ਸੀ ਲੱਗਿਆ, ਇਹ ਪਰਮਾਤਮਾ ਨਾਲੋਂ ਬੇਗਾਨਾ ਸੀਗਾ। ਹੁਣ ਕਹਿੰਦੇ ਇਹਦਾ ਮਨ ਸੰਸਾਰ ਵੱਲੋਂ ਉਲਟ ਕੇ ਉਸ ਪਰਮਾਤਮਾ ਵੱਲ ਲੱਗ ਗਿਆ। ਹੁਣ ਇਹਨੂੰ ਪਰਮਾਤਮਾ ਅੰਗ ਸੰਗ ਨੇੜੇ ਦਿਸਦਾ। ਰਹਾਓ ਨਿਵਰੈ ਦੂਰ ਦੂਰ ਫੁਨ ਨਿਵਰੈ, ਜਿਨ ਜੈਸਾ ਕਰ ਮਾਨਿਆ, ਅਲ ਉਤੀ ਕਾ ਜੈਸੇ ਭਿਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਫਿਰ ਜਦੋਂ ਕਹਿੰਦੇ ਜੀਵ ਪਹਿਲਾਂ ਤਾਂ ਵਿਕਾਰਾਂ ਦੇ ਨੇੜੇ ਸੀ, ਹੁਣ ਜਦੋਂ ਪਰਮਾਤਮਾ ਦਾ ਨਾਮ ਜਪਦਾ, ਹੁਣ ਉਹੀ ਪਰਮਾਤਮਾ ਜਿਹੜਾ ਇਹਨੂੰ ਦੂਰ ਜਾਪਦਾ ਸੀ, ਉਹ ਹੁਣ ਇਹਨੂੰ ਪਤਾ ਲੱਗ ਗਿਆ ਵੀ ਪਰਮਾਤਮਾ ਮੇਰੇ ਨੇੜੇ ਆ, ਮੇਰੇ ਅੰਗ ਸੰਗ ਹੀ ਆ। ਕਹਿੰਦੇ ਇਹ ਜੋ ਪਰਮਾਤਮਾ ਦਾ ਅਨੁਭਵ ਕਰਨਾ, ਇਹ ਕਹਿੰਦੇ ਜਿਵੇਂ ਮਿਸ਼ਰੀ ਦਾ ਸ਼ਰਬਤ ਆ, ਪਰ ਕਹਿੰਦੇ ਇਹਦਾ ਸਵਾਦ ਉਹੀ ਚੱਖਦਾ ਜਿਹਨੇ ਇਹ ਸ਼ਰਬਤ ਪੀ ਲਿਆ। ਦੂਜੇ ਨੂੰ ਇਸ ਦਾ ਸਵਾਦ ਨਹੀਂ ਪਤਾ ਲੱਗਣਾ। ਜਿਹਨੇ ਸ਼ਰਬਤ ਪੀਤਾ ਉਹਨੂੰ ਹੀ ਸਵਾਦ ਦਾ ਪਤਾ ਲੱਗਣਾ। ਇਵੇਂ ਹੀ ਉਸ ਪਰਮਾਤਮਾ ਦਾ ਜਿਹਨੇ ਉਹਦਾ ਅਨੁਭਵ ਕਰ ਲਿਆ, ਉਹਨੂੰ ਹੀ ਉਹਦਾ ਅਹਿਸਾਸ ਹੋਣਾ, ਦੂਜੇ ਨੂੰ ਨਹੀਂ ਹੋ ਸਕਦਾ। ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀਐ, ਐਸਾ ਕੋਏ ਵਿਵੇਕੀ, ਕਹੋ ਕਬੀਰ ਜਿਨ ਦੀਆ ਪਲੀਤਾ, ਤਿਨ ਤੈਸੀ ਚਲ ਦੇਖੀ। ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀਐ, ਐਸਾ ਕੋਏ ਵਿਵੇਕੀ, ਕਹੋ ਕਬੀਰ ਜਿਨ ਦੀਆ ਪਲੀਤਾ, ਤਿਨ ਤੈਸੀ ਚਲ ਦੇਖੀ। ਕਹਿੰਦੇ ਉਹ ਪਰਮਾਤਮਾ ਜਿਹਨੂੰ ਆਪਾਂ ਕਹਿੰਦੇ ਬਿਆਨ ਨਹੀਂ ਕਰ ਸਕਦੇ, ਕਹਿੰਦੇ ਉਹਦੀਆਂ ਗੱਲਾਂ ਕਿਹਦੇ ਨਾਲ ਕਰੀਏ? ਉਹਦੀਆਂ ਗੱਲਾਂ ਤਾਂ ਉਹਦੇ ਨਾਲ ਹੀ ਕਰ ਸਕਦੇ ਹੋ ਜਿਸ ਤਰ੍ਹਾਂ ਦਾ ਇੱਕ ਜੀਵ ਨੂੰ ਅਨੁਭਵ ਆ ਤੇ ਦੂਜੇ ਨੂੰ ਵੀ ਉਹੀ ਹੋਇਆ ਹੋਵੇ, ਉਹੀ ਇੱਕ ਦੂਜੇ ਦੀ ਗੱਲ ਸਮਝ ਸਕਦੇ ਨੇ। ਕਹਿੰਦੇ ਐਸੇ ਕੋਈ ਵਿਵੇਕ ਵਾਲਾ ਹੋਵੇ ਤਾਂ ਉਹਦੇ ਨਾਲ ਹੀ ਗੱਲ ਕਰ ਸਕਦੇ ਆ, ਉਸ ਪਰਮਾਤਮਾ ਦੀ ਜਿਹਨੂੰ ਦੁਨੀਆ 'ਚ ਕਿਸੇ ਨਾਲ ਉਪਮਾ ਦੇ ਕੇ ਦੱਸ ਨਹੀਂ ਸਕਦੇ। ਉਹ ਤੇ ਜਿਹਨੇ ਉਹਦਾ ਅਨੁਭਵ ਕੀਤਾ ਉਹ ਦੂਜੇ ਅਨੁਭਵ ਨਾਲ ਹੀ ਕਰ ਸਕਦਾ ਜਿਹਨੂੰ ਹੋਇਆ, ਹੋਰ ਤੇ ਕਿਸੇ ਨੂੰ ਗੱਲ ਸਮਝ ਨਹੀਂ ਲੱਗਣੀ ਇਹ। ਫਿਰ ਕਬੀਰ ਜੀ ਕਹਿੰਦੇ ਨੇ ਵੀ ਇਹ ਜਿਹੜੀ ਪਰਮਾਤਮਾ ਦੀ ਜਿਹੜੀ ਕਹਿੰਦੇ ਵੀ ਝਲਕ ਦੇਖਣ ਵਾਲੀ ਗੱਲ ਆ ਨਾ, ਇਹ ਤਾਂ ਜਿੰਨਾ ਕਿਸੇ ਨੇ ਉਹਦਾ ਨਾਮ ਜਪ ਕੇ ਉਹਦੇ ਨਾਲ ਨੇੜਤਾ ਕਰ ਲਈ, ਕਹਿੰਦੇ ਓਨੀ ਹੀ ਕਹਿੰਦੇ ਉਹਨਾਂ ਨੇ ਮਤਲਬ ਅਨੁਭਵਤਾ ਕਰ ਲਈ। ਜਦੋਂ ਵਾਹਿਗੁਰੂ ਜੀ ਦੇ ਨਾਲ ਕਹੀਦਾ ਨਾ ਵੀ ਕਿਸੇ ਦਾ ਮਿਲਾਪ ਹੋ ਗਿਆ, ਕਿਸੇ ਨੇ ਵਾਹਿਗੁਰੂ ਜੀ ਨੂੰ ਦੇਖ ਲਿਆ, ਕਿ ਉਹ ਇਹ ਸਾਰਾ ਅਨੁਭਵ ਹੀ ਹੈ। ਆਪਾਂ ਕਿਉਂਕਿ ਪਰਮਾਤਮਾ ਦਾ ਰੂਪ ਰੇਖ ਹੈ ਨਹੀਂ, ਕੋਈ ਰੰਗ ਹੈ ਨਹੀਂ, ਇੱਦਾਂ ਨਹੀਂ ਕਰ ਸਕਦੇ, ਦੱਸ ਸਕਦੇ ਕਿ ਵੀ ਪਰਮਾਤਮਾ ਇਹਦੇ ਵਰਗਾ ਸੰਸਾਰ 'ਚ ਉਹਦੇ ਵਰਗਾ ਹੈ ਹੀ ਨਹੀਂ ਕੋਈ, ਉਹ ਤਾਂ ਸਭ ਤੋਂ ਉੱਪਰ ਆ ਅਤੇ ਉਹਨੂੰ ਦੱਸ ਨਹੀਂ ਸਕਦੇ। ਅਤੇ ਅੰਦਰ ਅਨੁਭਵ ਹੀ ਹੈ ਜਿਹੜਾ ਹੋਣਾ। ਕਹਿੰਦੇ ਜਿੰਨਾ ਕਿਸੇ ਨੇ ਅੰਦਰ ਉਹਦਾ ਅਨੁਭਵ ਕਰ ਲਿਆ, ਉਹਨੇ ਓਨਾ ਹੀ ਆਨੰਦ ਮਾਣ ਲਿਆ। ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਗੌੜੀ ਤਹਿ ਪਾਵਸ ਸਿੰਧ ਧੂਪ ਨਹੀਂ ਸ਼ਈਆ, ਤਹਿ ਉਤਪਤ ਪਰਲੋ ਨਾਹੀ, ਜੀਵਨ ਮਿਰਤ ਨ ਦੁੱਖ ਸੁਖ ਵਿਆਪੈ, ਸੁਨ ਸਮਾਦ ਦੋ ਤਹਿ ਨਾਹੀ। ਫਿਰ ਉਹ ਦੱਸਦੇ ਨੇ ਮਤਲਬ ਜਦੋਂ ਕਿਸੇ ਜੀਵ ਨੇ ਪਰਮਾਤਮਾ ਨੂੰ ਅਨੁਭਵ ਕਰ ਲਿਆ, ਫਿਰ ਕਿਸ ਤਰ੍ਹਾਂ ਦੀ ਉਹਦੀ ਅੰਦਰਲੀ ਹਾਲਤ ਬਣ ਜਾਂਦੀ ਆ। ਕਹਿੰਦੇ ਜਿਵੇਂ ਮਤਲਬ
ਉਹਨਾਂ ਸਮਿਆਂ ਦੇ ਵਿੱਚ ਜ਼ਿਆਦਾ ਲੋਕਾਂ ਨੂੰ ਇਹ ਤਾਂਘ ਹੁੰਦੀ ਸੀਗੀ। ਪਾਵਸ ਕਹਿੰਦੇ ਨੇ ਵਰਖਾ ਦਾ ਜਿਹੜਾ ਦੇਵਤਾ ਹੈਗਾ ਇੰਦਰ ਹੈਗਾ। ਇੱਦਾਂ ਹੀ ਸਿੰਧ ਸਮੁੰਦਰ ਨੂੰ ਕਹਿੰਦੇ ਨੇ। ਫਿਰ ਧੂਪ ਨਹੀਂ ਸ਼ਈਆ, ਧੁੱਪ ਸੂਰਜ ਲੋਕ, ਅਤੇ ਸ਼ਈਆ ਜਿਹਨੂੰ ਕਹਿੰਦੇ ਨੇ ਉਹ ਚੰਦਰ ਲੋਕ ਹੈ ਨਾ। ਫਿਰ ਕਹਿੰਦੇ ਇੱਕ ਵਿਸ਼ਨੂਪੁਰੀ ਹੁੰਦੀ ਸੀ, ਇੱਕ ਸ਼ਿਵਪੁਰੀ ਹੁੰਦੀ ਸੀ। ਅਤੇ ਜਿਹੜੇ ਮਤਲਬ ਉਤਪੋਤੇ ਪੈਦਾ ਕਰਦੇ ਨੇ ਸੰਸਾਰ ਨੂੰ ਅਤੇ ਨਸ਼ਟ ਕਰਦੇ ਨੇ, ਹੈ ਮਤਲਬ ਪਰਮਾਤਮਾ ਤੋਂ ਹੇਠਾਂ ਨੇ, ਇਹ ਪਰਮਾਤਮਾ ਦੇ ਬਣਾਈਆਂ ਹੋਈਆਂ ਜਿਹੜੇ ਸ਼ਕਤੀਆਂ ਨੇ। ਅਤੇ ਕਹਿੰਦੇ ਵੀ ਉਹ ਜਿਹੜੇ ਜੀਵ ਉਸ ਪਰਮਾਤਮਾ ਦਾ ਅਨੁਭਵ ਕਰ ਲੈਣੇ, ਫਿਰ ਕਹਿੰਦੇ ਉਹਨਾਂ ਨੂੰ ਇਹਨਾਂ ਜਿਹੜੀਆਂ ਇੰਦਰਪੁਰੀਆਂ ਸ਼ਿਵਪੁਰੀਆਂ ਕਹਿੰਦੇ ਇਹਨਾਂ ਦੀ ਤਾਂਘ ਨਹੀਂ ਰਹਿੰਦੀ ਹੈਗੀ। ਕਹਿੰਦੇ ਉਹ ਤਾਂ ਫਿਰ ਇਸ ਤਰ੍ਹਾਂ ਦੀ ਅਵਸਥਾ 'ਚ ਉਹਨਾਂ ਦੀ ਮਨ ਦੀ ਹੋ ਜਾਂਦੀ ਆ, ਜਿੱਥੇ ਕਹਿੰਦੇ ਕੋਈ ਉਹਨਾਂ ਦਾ ਜੀਵਨ ਮਰਨ ਨਹੀਂ ਰਹਿੰਦਾ ਹੈਗਾ, ਨਾ ਉਹਨਾਂ ਨੂੰ ਮੌਤ ਆ ਨਾ ਉਹਨਾਂ ਦਾ ਜਨਮ ਆ। ਕਹਿੰਦੇ ਉੱਥੇ ਕੋਈ ਦਵੈਤ ਦੀ ਭਾਵਨਾ ਨਹੀਂ ਰਹਿੰਦੀ ਹੈਗੀ। ਉੱਥੇ ਉਹਨਾਂ ਦੇ ਜਿਹੜੇ ਵਿਕਾਰ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਤ੍ਰਿਸ਼ਨਾ ਨਹੀਂ ਚੱਲਦੀ ਹੈਗੀ। ਉਹ ਇੱਕ ਤਰ੍ਹਾਂ ਦੀ ਮਤਲਬ ਸੁੰਨ ਸਮਾਧ ਦੀ ਜਗ੍ਹਾ 'ਚ ਟਿਕ ਜਾਂਦੇ ਨੇ, ਜਿੱਥੇ ਉਹਨਾਂ ਦੇ ਮਨ ਵਿਕਾਰਾਂ ਤੋਂ, ਵਿਚਾਰਾਂ ਤੋਂ, ਤ੍ਰਿਸ਼ਨਾ ਤੋਂ, ਇਹ ਸਾਰਾ ਕੁਝ ਅੰਦਰੋਂ ਮਨ ਦਿਓ ਨਿਕਲ ਜਾਂਦਾ। ਮਨ ਇੱਕ ਸਥਿਰ ਜਗ੍ਹਾ 'ਤੇ ਜਾ ਕੇ ਟਿਕ ਜਾਂਦਾ, ਉਹ ਜਿਹਨੇ ਪਰਮਾਤਮਾ ਦਾ ਅਨੁਭਵ ਕਰ ਲਿਆ। ਉੱਥੇ ਕਹਿੰਦੇ ਫਿਰ ਉਹਨਾਂ ਨੂੰ ਕੋਈ ਦੁੱਖ ਸੁੱਖ ਵੀ ਨਹੀਂ ਵਿਆਪਦਾ, ਕੁਛ ਨਹੀਂ, ਮਤਲਬ ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ, ਇੱਕ ਸਥਿਰ ਮਨ ਦੀ ਅਵਸਥਾ ਹੋ ਜਾਂਦੀ ਆ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਪਾਰੀ ਰਹਾਓ। ਉਹ ਕਹਿੰਦੇ ਜਿਹੜੀ ਸਹਿਜ ਦੀ ਅਵਸਥਾ, ਜਿਸ ਜੀਵ ਨੇ ਪਰਮਾਤਮਾ ਦਾ ਅਨੁਭਵ ਕਰ ਲਿਆ, ਉਹ ਆਨੰਦ ਮਾਣ ਲਿਆ, ਕਹਿੰਦੇ ਉਹ ਦੱਸਿਆ ਨਹੀਂ ਜਾ ਸਕਦਾ। ਉਹ ਜਿਹੜਾ ਅਨੁਭਵ ਕਰਦਾ ਸਿਰਫ ਉਹਨੂੰ ਹੀ ਹੋ ਸਕਦਾ, ਦੂਜੇ ਨੂੰ ਨਹੀਂ ਦੱਸ ਸਕਦੇ। ਕਹਿੰਦੇ ਇਹ ਇਸ ਤਰ੍ਹਾਂ ਹੈ ਕਿ ਸੰਸਾਰ ਵਿੱਚ ਉਸ ਅਵਸਥਾ ਵਰਗੀ ਹੋਰ ਕੋਈ ਚੀਜ਼ ਹੈ ਨਹੀਂ ਜਿਹਨੂੰ ਦੱਸੀਏ ਕਿ ਭਾਈ ਇਹ ਇਹਦੇ ਨਾਲੋਂ ਜ਼ਿਆਦਾ ਚੰਗੀ ਆ, ਵੀ ਇਹਦੇ ਨਾਲੋਂ ਜ਼ਿਆਦਾ ਸੁੱਖ ਆ। ਵੀ ਉਹ ਜਿਹੜੀ ਅਵਸਥਾ ਪਰਮਾਤਮਾ ਨਾਲ ਮਿਲਾਪ ਦੀ, ਉਹ ਦੱਸੀ ਨਹੀਂ ਜਾ ਸਕਦੀ, ਕਿਉਂਕਿ ਸੰਸਾਰ ਦੀ ਕਿਸੇ ਚੀਜ਼ ਨਾਲ ਉਹਨੂੰ ਤੁਲਨਾ ਕਰਕੇ ਦੱਸਿਆ ਨਹੀਂ ਜਾ ਸਕਦਾ। ਅਰਧ ਉਰਧ ਦੋਹੂ ਤੈ ਨਾਹੀ, ਰਾਤ ਦਿਨ ਸਤੈ ਨਾਹੀ, ਜਲ ਨਹੀਂ ਪਵਨ ਪਾਵਕ ਫੁਨ ਨਾਹੀ, ਸਤਿਗੁਰ ਤਹਾਂ ਸਮਾਹੀ। ਉਸ ਅਵਸਥਾ 'ਤੇ ਜਿੱਥੇ ਪਰਮਾਤਮਾ ਦੀ ਪ੍ਰਾਪਤੀ ਆ ਨਾ, ਉੱਥੇ ਕਹਿੰਦੇ ਫਿਰ ਕੋਈ ਊਚ ਨੀਚ ਨਹੀਂ ਹੈ। ਜੀਵ ਲਈ ਫਿਰ ਕੋਈ ਊਚ ਨੀਚ ਨਹੀਂ ਰਹਿ ਜਾਂਦੀ। ਉਹਦੇ ਲਈ ਹੀ ਇਹ ਰਾਤ ਦਿਨਸ ਵਾਲੇ ਕੰਮ ਨਹੀਂ ਰਹਿ ਜਾਂਦੇ, ਕਿਉਂਕਿ ਰਾਤ ਦੁਨੀਆ ਸੌਂ ਕੇ ਗੁਜ਼ਾਰਦੀ ਆ ਅਤੇ ਦਿਨ ਦੁਨੀਆ ਦੁਨਿਆਵੀ ਕੰਮਾਂ 'ਚ ਮਤਲਬ ਗੁਜ਼ਾਰਦੀ ਆ। ਉਹਦੇ ਲਈ ਫਿਰ ਇਹ ਸਾਰਾ ਕੁਛ ਜਿੱਦਾਂ ਇੱਕ ਸਮਾਨ ਚੀਜ਼ਾਂ ਹੋ ਜਾਂਦੀਆਂ ਨੇ। ਉਹਦੇ ਲਈ ਕੋਈ ਉੱਪਰ ਹੇਠਾਂ ਵਾਲੀ ਚੀਜ਼ਾਂ ਨਹੀਂ ਰਹਿੰਦੀਆਂ। ਉੱਥੇ ਕਹਿੰਦੇ ਵੀ ਜਲ ਨਹੀਂ, ਉੱਥੇ ਕਹਿੰਦੇ ਵੀ ਉਹਦੇ ਮਨ ਦੇ ਵਿੱਚ ਵਿਕਾਰਾਂ ਦਾ ਜਲ ਨਹੀਂ ਹੁੰਦਾ। ਪਵਨ ਮਨ ਦੀ ਚੰਚਲਤਾ, ਉਹਦੇ ਮਨ ਦੀ ਚੰਚਲਤਾ ਨਹੀਂ ਰਹਿੰਦੀ। ਪਾਵਕ ਹੁੰਦੀ ਅੱਗ, ਉਹਨੂੰ ਕਹਿੰਦੇ ਵੀ ਤ੍ਰਿਸ਼ਨਾ ਨਹੀਂ ਰਹਿੰਦੀ ਉੱਥੇ। ਫਿਰ ਉੱਥੇ ਕਹਿੰਦੇ ਇਹ ਮਨ ਦੇ ਵਿਕਾਰ, ਮਨ ਦੀ ਚੰਚਲਤਾ, ਤ੍ਰਿਸ਼ਨਾ, ਉਹ ਸਭ ਕੁਛ ਖਤਮ ਹੋ ਜਾਂਦਾ। ਉਹਦੇ ਹਿਰਦੇ ਵਿੱਚ ਸਿਰਫ ਸਤਿਗੁਰ ਹੀ ਸਤਿਗੁਰ ਆ। ਅਗਮ ਅਗੋਚਰ ਰਹੇ ਨਿਰੰਤਰ, ਗੁਰ ਕਿਰਪਾ ਤੇ ਲਹੀਐ, ਕਹੋ ਕਬੀਰ ਬਲ ਜਾਉ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਕਹਿੰਦੇ ਫਿਰ ਉਸ ਜਿਹੜੀ ਮਾਨਸਿਕ ਅਵਸਥਾ ਹੁੰਦੀ ਆ ਪ੍ਰਭੂ ਮਿਲਾਪ ਵਾਲੇ ਜੀਵ ਦੀ, ਕਹਿੰਦੇ ਉੱਥੇ ਉਹ ਨਿਰੰਤਰ ਉਸ ਪਰਮਾਤਮਾ ਦੇ ਵਿੱਚ ਉਹਦੀ ਲਿਵ ਲੱਗੀ ਰਹਿੰਦੀ ਆ, ਜੋ ਸਾਡੀ ਪਹੁੰਚ ਤੋਂ ਪਰੇ ਆ। ਪਰ ਉਸ ਜੀਵ ਦੀ ਅਨੁਭਵਤਾ ਹੋ ਜਾਂਦੀ ਹੈ, ਲਖਤਾ ਹੋ ਜਾਂਦੀ ਆ ਉਹਨੂੰ। ਇਹ ਕਹਿੰਦੇ ਜਿਹੜੀ ਇਹ ਮਨ ਦੀ ਸਥਿਤੀ ਆ ਹਿਰਦੇ ਦੀ, ਇਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਆ। ਫਿਰ ਕਬੀਰ ਜੀ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਵਾਂ, ਕਹਿੰਦੇ ਮੈਂ ਸਦਾ ਉਸ ਗੁਰੂ ਦੀ ਸੰਗਤ ਦੇ ਵਿੱਚ ਰਹਾਂ, ਜਿਹਦੇ ਸਦਕਾ ਕਹਿੰਦੇ ਮੇਰੇ ਮਨ ਦੀ ਇਹ ਅਵਸਥਾ ਮੈਨੂੰ ਪ੍ਰਾਪਤ ਹੋਈ ਆ, ਜੋ ਪਰਮਾਤਮਾ ਦੇ ਨਾਲ ਅਨੁਭਵਤਾ ਦੀ ਅਵਸਥਾ ਹੈਗੀ ਆ, ਪਰਮਾਤਮਾ ਦੇ ਨਾਲ ਇੱਕਮਿਕਤਾ ਦੀ ਅਵਸਥਾ ਹੈਗੀ ਆ। ਹੁਣ ਸਭ ਕੁਝ ਪਤਾ ਲੱਗ ਗਿਆ, ਜੀਵਨ ਦੀ ਅਸਲੀਅਤ ਪਤਾ ਲੱਗ ਗਈ, ਮਨ ਦੇ ਵਿੱਚੋਂ ਵਿਕਾਰ ਨਿਕਲ ਗਏ, ਵਿਚਾਰ ਨਿਕਲ ਗਏ, ਮਨ ਸੁੰਨ ਸਮਾਧ ਦੇ ਵਿੱਚ ਟਿਕ ਗਿਆ। ਇਹ ਉਹ ਅਵਸਥਾ ਹੈਗੀ ਆ। ਇਹਨੂੰ ਉਹੀ ਜਾਣਦਾ ਜਿਹੜਾ ਇਹਨੂੰ ਕੋਈ ਅਨੁਭਵ ਕਰ ਲੈਂਦਾ।
ਇਹ ਕਿਸੇ ਨੂੰ ਦਿਖਾਈ ਨਹੀਂ ਜਾ ਸਕਦੀ, ਕਿਸੇ ਨੂੰ ਇਹ ਵਰਣਨ ਨਹੀਂ ਕੀਤੀ ਜਾ ਸਕਦੀ। ਜਿਸ ਤਰ੍ਹਾਂ ਗੁਰਬਾਣੀ 'ਚ ਇੱਕ ਜਗ੍ਹਾ ਆਉਂਦਾ, ਹੁਣ ਮੈਨੂੰ ਯਾਦ ਨਹੀਂ ਹੈਗੀ ਤੁਕ, ਕਿ ਦੇਖਾ ਹੀ ਮਤਲਬ ਇਸ ਤਰ੍ਹਾਂ ਕੁਛ ਹੈ ਵੀ ਜਿਹਨੇ ਉਹ ਦੇਖ ਲਿਆ ਉਹੀ ਆ, ਜਿਹਨੇ ਉਹ ਅਨੁਭਵਤਾ ਕਰ ਲਈ ਉਹਨੇ ਹੀ ਅੰਦਰ ਅਨੁਭਵ ਕਰ ਲਿਆ। ਜਿਹਨੇ ਗੁੜ ਖਾ ਲਿਆ ਉਹ ਗੂੰਗਾ ਮਤਲਬ ਬਣ ਜਾਂਦਾ, ਉਹ ਫਿਰ ਇਹਨੂੰ ਦੱਸ ਨਹੀਂ ਸਕਦਾ, ਸਵਾਦ ਉਹ ਚੱਖ ਲੈਂਦਾ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ। ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ